ਓੰਕਾਰ ਸਤਿਗੁਰ ਪ੍ਰਸਾਦ। ਸਤਿਯੁਗ ਸਤ ਤੇਤਾ ਜਗੀ, ਦੁਆਪਰ ਪੂਜਾ ਚਾਰ। तीनों जुग तीनों दृढ़े, कल केवल नाम आधार। पार कैसे पाए बोले, मोसो को न कह समझाए। जाते आवागमन बिलाए, रहाओ बहुविध धर्म निरूपी है। करता दिसै सब लोए, कवन कर्म ते छूटी है। जे साधे सब सिद्ध होए, कर्म अकर्म विचारी है। शंका सुन वेद पुराण, संसा सद हृदय बसै। कौन हिरै अभिमान, बाहर उदक पखारी है। घट भीतर विबद विकार, शुद्ध कमन पर होए बो। सुच कुंचर विद व्यवहार, रव प्रकाश रजनी जथागत। जानत सब संसार, पारस मानो तांबो छोए। कनक होत नहीं बार, परम परस गुर भेटी है। पूरब लिखत लिलाट, उन मन 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 ही मिले। छुटकत बजर कपाट, भगत जुगत मत सत करी। ब्रह्म बंधन काट विकार, सोई बस रस मन मिले। गुण निर्गुण एक विचार, अनक जतन निग्रह किए। टारी न टरै ब्रह्म फास, प्रेम भगत नहीं उपजै। ताते रविदास उदास। वाहिगुरु जी का खालसा, वाहिगुरु जी की फतेह। भगत रविदास जी ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਵਿੱਚ ਇਹ ਅਖੀਰਲਾ ਸ਼ਬਦ ਹੈ। ਗੌੜੀ ਰਾਗ ਹੈ और बैरागण गौड़ी राग की किस्म है। एक ओंकार सतगुर प्रसाद, ये मंगलाचरण है। परमात्मा एक है, सर्वशक्तिवान है, सर्वव्यापक है ਅਤੇ सतगुरु की कृपा द्वारा जानिया जाता है। इस शब्द के अंदर भगत रविदास जी ने रहाओ की पंक्ति विच ਇਹ ਸ਼ੰਕਾ ਪ੍ਰਗਟ ਕੀਤਾ। ਪਾਰ ਕੈਸੇ ਪਾਏ ਬੋਲੇ, ਮੋਸੋ ਕੋ ਨ ਕਹਿ ਸਮਝਾਏ। ਜਾਤੇ ਆਵਾਗਮਨ ਬਿਲਾਏ। ਬੜਾ ਸਪਸ਼ਟ ਹੈ। ਭਗਤ ਰਵਿਦਾਸ ਜੀ ਕਹਿੰਦੇ ਨੇ ਪਾਰ ਕੈਸੇ ਪਾਏ ਬੋਲੇ, ਮੈਨੂੰ ਕੋਈ ਨਹੀਂ ਸਮਝਾਉਂਦਾ ਕਿ ਇਹਨਾਂ ਕਰਮਾਂ ਦੇ ਬੰਧਨਾਂ ਤੋਂ ਕਿਵੇਂ ਪਾਰ ਉਤਰਿਆ ਜਾਏ, ਤਥਾ ਉਸ ਪਰਮਾਤਮਾ ਤੱਕ ਕਿਵੇਂ ਪਹੁੰਚਿਆ ਜਾਏ। ਕਿਉਂਕਿ ਪਰਮਾਤਮਾ ਦੀ ਪ੍ਰਾਪਤੀ ਤੋਂ ਬਿਨਾਂ ਇਹ ਆਵਾਗਮਨ ਦਾ ਚੱਕਰ ਨਹੀਂ ਕੱਟਿਆ ਜਾ ਸਕਦਾ। ਪਾਰ ਕੈਸੇ ਪਾਏ ਬੋਲੇ, ਮੋਸੋ ਕੋ ਨ ਕਹਿ ਸਮਝਾਏ। जाते आवागमन बिलाए। आवागमन का मतलब है जन्म मरण का चक्कर। बिलाए तो पावे दूर हो जाए। मैं इन्हां पंडितां दे कर्म कांडां की कहानी पढ़दा सुनदा हाँ, पर ਇਹਦੇ ਨਾਲ ਮੇਰਾ ਸ਼ੰਕਾ ਨਹੀਂ ਮਿਟਦਾ।
ਉਹ ਤਾਂ ਗੁਰਬਾਣੀ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਬੜਾ ਸਪਸ਼ਟ ਲਿਖਿਆ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਜਿਹੜਾ ਭਗਤਾਂ ਦਾ ਰਸਤਾ ਹੈ ਉਹ ਇਹਨਾਂ ਆਮ ਕਰਮ ਕਾਂਡੀਆਂ ਤੋਂ, ਇਹਨਾਂ ਦੁਨੀਆਦਾਰ ਲੋਕਾਂ ਤੋਂ ਬਿਲਕੁਲ ਵੱਖਰਾ, ਕਿਉਂਕਿ ਇਹਨਾਂ ਨੇ ਆਪਣੀ ਇੱਕ ਵੱਖਰੀ ਥਿਊਰੀ ਬਣਾਈ ਹੋਈ ਹੈ। ਇਹ ਕੀ ਕਹਿੰਦੇ ਹਨ? ਸਤਿਯੁਗ ਸਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਤੀਨੋਂ ਯੁਗ ਤੀਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਕਹਿੰਦੇ ਨੇ ਸਤਿਯੁਗ ਵਿੱਚ ਤਾਂ ਬੰਦਿਆਂ ਦੀ ਉਮਰ ਬਹੁਤ ਲੰਬੀ, ਲੱਖਾਂ ਬਰਸ ਸੀ। ਉਦੋਂ ਦਾਨ ਕਰਨ ਦੀ ਪ੍ਰਧਾਨਤਾ ਸੀ। ਔਰ ਜਦੋਂ ਤ੍ਰੇਤਾ ਯੁੱਗ ਆਇਆ ਉਹਦੇ ਵਿੱਚ ਜਗ ਆਦਿ ਕਰਨੇ, ਤੇ ਦੁਆਪਰ ਵਿੱਚ ਪੂਜਾ ਚਾਰ, ਕਈ ਤਰ੍ਹਾਂ ਦੇਵਤਿਆਂ ਦੀ ਵੱਖ-ਵੱਖ ਢੰਗਾਂ ਦੀ ਪੂਜਾ ਕਰਨੀ। ਤੀਨੋਂ ਯੁੱਗ ਤੀਨੋਂ ਜਿਹੜੇ, ਇਹਨਾਂ ਤਿੰਨਾਂ ਯੁੱਗਾਂ ਦੀਆਂ ਇਹ ਤਿੰਨ ਮਰਿਆਦਾਵਾਂ ਬਣਨੀ। ਤੇ ਕਲਯੁਗ ਵਿੱਚ ਇੱਕ ਕ੍ਰਿਸ਼ਨ ਜੀ ਦਾ ਜਾਂ ਰਾਮ ਜੀ ਦਾ ਨਾਮ ਜਪਣ ਨਾਲ ਹੀ ਤਰਿਆ ਜਾ ਸਕਦਾ। ਇਹ ਇਹਨਾਂ ਕਰਮ ਕਾਂਡੀ ਪੰਡਤਾਂ ਦੀ ਥਿਊਰੀ ਹੈ। ਜਦੋਂ ਅਸੀਂ ਸ਼ਬਦ ਦੇ ਬਾਕੀ ਦੇ ਛੰਦ ਪੜ੍ਹਦੇ ਹਾਂ ਤਾਂ ਇਹਨਾਂ ਵਿੱਚ ਭਗਤ ਜੀ ਆਖਦੇ ਨੇ ਕਿ ਪੰਡਤ ਲੋਕ ਕਈ ਤਰ੍ਹਾਂ ਦੇ ਕਰਮ ਕਾਂਡ ਦੀ ਆਗਿਆ ਕਰ ਰਹੇ ਹਨ, ਪਰ ਰਵਿਦਾਸ ਜੀ ਦੇ ਖਿਆਲ ਅਨੁਸਾਰ ਇਹ ਸਾਰੇ ਕਰਮ ਧਰਮ ਵਿਕਾਰਾਂ ਤੇ ਸੰਸ਼ਿਆਂ ਤੋਂ ਪਾਰ ਨਹੀਂ ਲੰਘਾ ਸਕਦੇ। ਬੰਦ ਨੰਬਰ 4 ਤੱਕ ਆਪ ਇਹੀ ਗੱਲ ਆਖਦੇ ਜਾ ਰਹੇ ਨੇ, ਔਰ ਬੰਦ ਨੰਬਰ 5 ਤੋਂ ਭਗਤ ਜੀ ਨੇ ਆਪਣਾ ਮਤ ਦੱਸਣਾ ਸ਼ੁਰੂ ਕੀਤਾ। ਫਿਰ ਧਿਆਨ ਨਾਲ ਸਮਝੀਏ। ਪਾਰ ਕੈਸੇ ਪਾਏ ਬੂਰੇ, ਮੋਸੋ ਕੋ ਨ ਕਹਿ ਸਮਝਾਏ, ਜਾਤੇ ਆਵਾਗਮਨ ਮਿਲਾਏ। ਮੈਨੂੰ ਕੋਈ ਨਹੀਂ ਇਸ ਗੱਲ ਤੋਂ ਸਮਝਾਉਂਦਾ ਬਈ ਉਸ ਪਰਮਾਤਮਾ ਦੇ ਤੱਕ ਕਿਵੇਂ ਪਹੁੰਚਿਆ ਜਾਏ, ਤਥਾ ਇਸ ਸੰਸਾਰ ਸਮੁੰਦਰ ਤੋਂ ਪਾਰ ਕਿਵੇਂ ਲੰਘਿਆ ਜਾਏ। ਇਹ ਜਿਹੜੇ ਕਰਮ ਕਾਂਡਾਂ ਦੀ ਲੜੀ ਇਹਨਾਂ ਨੇ ਦੱਸੀ ਹੈ ਕਿ ਸਤਿਯੁਗ ਵਿੱਚ ਸਿਰਫ ਦਾਨ ਕਰਨਾ ਜ਼ਰੂਰੀ ਸੀ, ਤ੍ਰੇਤੇ ਵਿੱਚ ਜਗਾਦ ਕਰਨੇ ਜ਼ਰੂਰੀ ਸਨ, ਦੁਆਪਰ ਯੁੱਗ ਵਿੱਚ ਪੂਜਾ ਕਰਨੀ, ਦੇਵਤਿਆਂ ਨੂੰ ਖੁਸ਼ ਕਰਨਾ ਜ਼ਰੂਰੀ ਸੀ। ਮੈਂ ਇਹਨਾਂ ਤਰੀਕਿਆਂ ਤੋਂ ਕਿਸੇ ਤਰ੍ਹਾਂ ਵੀ ਸਹਿਮਤ ਨਹੀਂ। ਫਿਰ ਕਹਿੰਦੇ ਨੇ ਬਹੁ ਬਿਦ ਧਰਮ ਨ ਰੂਪੀਐ, ਕਰਤਾ ਦੀਸੈ ਸਭ ਲੋਹੇ। ਭਾਈ ਇਹਨਾਂ ਦੇ ਦੱਸੇ ਹੋਏ ਜਿਹੜੇ ਧਰਮ ਹਨ, ਕਰਮ ਕਾਂਡ ਹਨ, ਬਹੁ ਬਿਦ ਕਈ ਤਰੀਕਿਆਂ ਨਾਲ ਨਿਰੂਪੀਏ ਦਾ ਮਤਲਬ ਵਰਣਨ ਕਰਦੇ ਹਨ, ਪਰ ਕਰਤਾ ਦੀਸੈ ਸਭ ਲੋਹੇ। ਉਹ ਜਿਹੜਾ ਵਾਹਿਗੁਰੂ ਹੈ ਉਹ ਤਾਂ ਸਾਰੇ ਲੋਕਾਂ ਵਿੱਚ ਇੱਕੋ ਜਿਹਾ, ਭਾਵ ਸਤਿਯੁਗ ਵਿੱਚ ਵੀ ਇੱਕੋ ਸੀ, ਤ੍ਰੇਤੇ ਵਿੱਚ ਵੀ, ਦੁਆਪਰ ਵਿੱਚ ਵੀ, ਕਲਯੁਗ ਵਿੱਚ। ਕਮਨ ਕਰਮ ਤੇ ਛੂਟੀਐ, ਜੇ ਸਾਧੇ ਸਭ ਸਿੱਧ ਹੋਏ। ਉਹ ਅਸਲੀ ਕਰਮ ਕਿਹੜਾ ਹੈ ਜਿਸ ਕਰਮ ਦੇ ਕਰਨ ਕਰਕੇ ਇਹਨਾਂ ਸੰਸ਼ਿਆਂ ਤੋਂ, ਇਹਨਾਂ ਭਰਮਿਆਂ ਤੋਂ ਛੁੱਟਿਆ ਜਾ ਸਕੇ, ਤੇ ਜਿਸ ਕਰਮ ਦੇ ਸਾਧਨ ਕਰਕੇ ਸਭ ਸਿੱਧ ਹੋਏ, ਕਾਮਯਾਬੀ ਮਿਲੇ। ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਣ ਵੇਦ ਪੁਰਾਣ। ਇਹਨਾਂ ਵੇਦਾਂ ਪੁਰਾਣਾਂ ਵਿੱਚ ਲਿਖੀਆਂ ਹੋਈਆਂ ਕਹਾਣੀਆਂ ਨੂੰ ਸੁਣ ਕੇ ਮਨ ਵਿੱਚ ਸ਼ੰਕਾ ਪੈਦਾ ਹੁੰਦਾ, ਕਿਉਂਕਿ ਕਿਸੇ ਨੂੰ ਇਹ ਕਰਮ, ਕਿਸੇ ਨੂੰ ਅਕਰਮ ਕਹਿੰਦੇ ਨੇ। ਆਹ ਕੰਮ ਕਰਨ ਦੇ ਨਾਲ ਪੁੰਨ ਹੁੰਦਾ, ਆਹ ਕੰਮ ਕਰਨ ਦੇ ਨਾਲ ਪਾਪ ਹੁੰਦਾ। ਕਰਮ ਅਕਰਮ ਵਿਚਾਰੀਐ, ਸ਼ੰਕਾ ਸੁਣ ਵੇਦ ਪੁਰਾਣ। ਮਨ ਵਿੱਚੋਂ ਸ਼ੰਕਾ ਤੇ ਦੂਰ ਹੁੰਦਾ ਨਹੀਂ। ਸੰਸਾ ਸਦ ਹਿਰਦੈ ਬਸੈ, ਕੌਣ ਹਿਰੈ ਅਭਿਮਾਨ। ਇਹ ਜਿਹੜਾ ਸੰਸਾ ਹੈ, ਸਹਿਮ ਹੈ, ਇਹ ਤਾਂ ਉਸੇ ਤਰ੍ਹਾਂ ਹਿਰਦੇ 'ਚ ਵਸਿਆ ਰਹਿੰਦਾ।
फिर कौन हिरै अभिमान, इस अभिमान ਨੂੰ कौन दूर करे। फिर भगत जी कहते ने बाहर उदक पखारीए घट भीतर बिबद बेकार। ਮੰਨ ਲਓ ਇਹਨਾਂ ਦੇ ਕਹਿਣ ਮੁਤਾਬਕ ਬਾਹਰ ਸਰੀਰ ਨੂੰ ਬਾਹਰੋਂ ਉਦਕ ਪਾਣੀ ਵਿੱਚ ਪਖਾਰੀਏ, ਧੋ ਲਈਏ, ਇਸ਼ਨਾਨ ਕਰ ਲਈ ਤਾਂ ਸਰੀਰ ਸ਼ੁੱਧ ਹੋਵੇਗਾ। ਬਾਹਰ ਉਦਕ ਪਖਾਰੀਏ, ਜੇ ਬਾਹਰੋਂ ਪਿੰਡੇ ਨੂੰ ਸ਼ੁੱਧ ਕਰ ਲਿਆ, ਘਟ ਭੀਤਰ ਬਿਬਦ ਵਿਕਾਰ, ਤੇ ਹਿਰਦੇ ਦੇ ਅੰਦਰ ਕਈ ਤਰ੍ਹਾਂ ਦੇ ਵਿਕਾਰ ਉਸੇ ਤਰ੍ਹਾਂ ਭਰੇ ਪਏ। ਇਹ ਕਹਿ ਰਹੇ ਨੇ ਤੀਰਥਾਂ ਤੇ ਇਸ਼ਨਾਨ ਕਰਨ ਦੇ ਨਾਲ ਸਭ ਮੈਲ ਉਤਰ ਜਾਏਗੀ, ਪਰ ਜਿਹੜੀ ਅੰਦਰ ਮੈਲ ਲੱਗੀ ਹੋਈ ਆ ਉਹ ਕਿਵੇਂ ਉਤਰੇਗੀ। ਬਾਹਰ ਉਦਕ ਪਖਾਰੀ ਹੈ ਘਟ ਭੀਤਰ ਬਿਬਦ ਵਿਕਾਰ। ਸੁਧ ਕਵਨ ਪਰ ਹੋਏ ਬੋ ਸੁਚ ਕੁੰਚਰ ਬਿਦ ਵਿਵਹਾਰ। ਆਖਿਆ ਇਹ ਸ਼ੁੱਧ ਕਿਵੇਂ ਹੋਵੇਗਾ। ਇਹ ਬਾਹਰਲਾ ਇਸ਼ਨਾਨ ਤੇ ਇਉਂ ਸਮਝੋ ਜਿਵੇਂ ਕੁੰਚਰ ਹਾਥੀ ਨੇ ਪਾਣੀ ਵਿੱਚ ਇਸ਼ਨਾਨ ਕਰ ਲਿਆ ਤੇ ਫੇਰ ਬਾਹਰ ਆ ਕੇ ਉਸਨੇ ਆਪਣੀ ਸੁੰਡ ਨਾਲ ਆਪ ਹੀ ਆਪਣੇ ਸਰੀਰ ਉੱਤੇ ਖੇ ਮਿੱਟੀ ਪਾ ਲਈ। ਇਹ ਤਾਂ ਅੰਦਰਲੀ ਸ਼ੁੱਧਤਾ ਲਈ ਕੋਈ ਵੀ ਤਰੀਕਾ ਫਿੱਟ ਨਹੀਂ ਹੈ। ਫਿਰ ਭਗਤ ਜੀ ਕਹਿੰਦੇ ਨੇ ਰੱਬ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ। ਇਹ ਗੱਲ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਦੋਂ ਤੀਕਰ ਸੂਰਜ ਨਹੀਂ ਚੜ੍ਹਦਾ, ਰਜਨੀ ਜਥਾਗਤ, ਰਜਨੀ ਕਹਿੰਦੇ ਰਾਤ ਨੂੰ, ਰਾਤ ਦਾ ਅੰਧੇਰਾ ਦੂਰ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਦੋਂ ਤੀਕਰ ਗਿਆਨ ਨਹੀਂ ਹੁੰਦਾ ਉਦੋਂ ਤੀਕਰ ਅਗਿਆਨ ਦਾ ਨਾਸ਼ ਨਹੀਂ ਹੁੰਦਾ। ਰੱਬ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ। ਇਹ ਗੱਲ ਕਿਸੇ ਤੋਂ ਲੁਕੀ ਛਿਪੀ ਨਹੀਂ। ਪਾਰਸ ਮਾਨੋ ਤਾਂਬੋ ਛੋਏ ਕਨਕ ਹੋਤ ਨਹੀਂ ਬਾਹਰ। ਆਖਿਆ ਜਿਸ ਤਰ੍ਹਾਂ ਪਾਰਸ ਦੇ ਨਾਲ ਤਾਂਬਾ ਛੂ ਜਾਏ ਤੇ ਉਹਨੂੰ ਸੋਨਾ ਬਣਦਿਆਂ ਦੇਰ ਨਹੀਂ ਲੱਗਦੀ। ਜਿਹੜੀ ਅਸਲੀਅਤ ਹੈ ਉਸ ਨੂੰ ਸਮਝੀਏ। ਇਹਨਾਂ ਕਰਮਕਾਂਡੀ ਪੰਡਤਾਂ ਦੇ ਪਿੱਛੇ ਲੱਗ ਕੇ ਸਿਰਫ ਇਹਨਾਂ ਪੁੰਨ ਪਾਪ ਦੇ ਚੱਕਰਾਂ ਵਿੱਚ ਨਾ ਪੈ ਰਹੀ। ਇਹਨਾਂ ਨੇ ਤਾਂ ਇਹ ਵੱਖ-ਵੱਖ ਯੁਗਾਂ ਦੀ ਵੱਖ-ਵੱਖ ਮਰਿਆਦਾ ਲਿਖ ਕੇ ਲੋਕਾਂ ਨੂੰ ਉਲਝਾਇਆ ਹੈ, ਉਲਝਣ ਵਿੱਚ ਪਾਇਆ। ਹੁਣ ਭਗਤ ਜੀ ਆਪਣਾ ਸਿਧਾਂਤ ਦੱਸਣ ਲੱਗੇ ਨੇ। ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ। ਪਰਮ ਪਰਸ, ਉਸ ਪਰਮਾਤਮਾ ਨੂੰ ਮਿਲਣ ਵਾਸਤੇ ਗੁਰ ਭੇਟੀ ਹੈ। ਜੇ ਗੁਰੂ ਦੀ ਭੇਟ ਹੋ ਜਾਏ, ਪੂਰਬ ਲਿਖਤ ਲਿਲਾਟ, ਪੂਰਬਲੇ ਜਨਮ ਦੇ ਕੀਤੇ ਹੋਏ ਕਰਮਾਂ ਅਨੁਸਾਰ ਮੱਥੇ ਤੇ ਲਿਖੇ ਹੋਏ ਲੇਖ ਦੇ ਅਨੁਕੂਲ ਗੁਰੂ ਦੀ ਸੰਗਤ ਮਿਲ ਜਾਏ, ਗੁਰੂ ਦੀ ਭੇਟ ਹੋ ਜਾਏ ਤੇ ਗੁਰੂ ਦੇ ਦੱਸੇ ਹੋਏ ਰਾਹ ਉੱਤੇ ਜੀਵ ਚੱਲੇ। ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ। ਉਨ ਮਨ 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 ਹੀ ਮਿਲੇ ਛੁਟਕਤ ਬਜਰ ਕਪਾਟ। ਆਖਿਆ ਗੁਰੂ ਦੇ ਗਿਆਨ ਦੁਆਰਾ ਉਨ ਮਨ 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 ਹੀ ਮਿਲੇ। ਮਨ ਤਾਂ ਹੋਈ ਹੈ, ਪਰ ਇਹ ਮਨ ਉੱਚੀ ਅਵਸਥਾ ਵਿੱਚ ਚਲਾ ਜਾਏ, ਭਾਵ ਗੁਰੂ ਦੇ ਦੱਸੇ ਅਨੁਸਾਰ ਇਹਦੇ ਅੰਦਰੋਂ ਅਗਿਆਨਤਾ ਦੇ ਬਜਰ ਕਪਾਟ, ਕਪਾਟ ਕਹਿੰਦੇ ਹਨ ਉਹ ਦਰਵਾਜ਼ੇ ਜਿਹੜੇ ਅਗਿਆਨਤਾ ਦੇ ਦਰਵਾਜ਼ੇ ਬਜਰ ਬੜੇ ਸਖਤ ਨੇ, ਬੰਦ ਨੇ। ਉਹ ਗੁਰੂ ਦੀ ਕਿਰਪਾ ਨਾਲ, ਗੁਰੂ ਦੇ ਦੱਸੇ ਅਨੁਸਾਰ, ਗੁਰੂ ਦੇ ਗਿਆਨ ਨੂੰ ਮੰਨ ਕੇ ਉਹ ਦਰਵਾਜ਼ੇ ਟੁੱਟ ਸਕਦੇ ਨੇ, ਖੁੱਲ੍ਹ ਸਕਦੇ। ਫਿਰ ਧਿਆਨ ਦਿਓ, ਪਰਮ ਪਰਸ ਗੁਰ ਭੇਟੀ ਹੈ ਪੂਰਬ ਲਿਖਤ ਲਿਲਾਟ।
ਬਾਣੀ ਵਿੱਚ ਵੀ ਲਿਖਿਆ, ਪੂਰਬ ਕਰਮ ਅੰਕੁਰ ਜਬ ਪ੍ਰਗਟਿਓ, ਭੇਟਿਓ ਪੁਰਖ ਰਸਕ ਬਹਿ ਲਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਤੋ ਜਿਹੜਾ ਸਹੀ ਤਰੀਕਾ ਹੈ ਉਹ ਹੈ ਗੁਰੂ ਦੀ ਸੰਗਤ ਵਿੱਚ ਆਉਣਾ, ਗੁਰੂ ਕੇ ਬਚਨਾਂ ਨੂੰ, ਉਪਦੇਸ਼ ਨੂੰ ਸੁਣਨਾ ਤੇ ਉਹਦੀ ਕਮਾਈ ਕਰਨੀ। ਉਹਦੀ ਕਮਾਈ ਕਰਨ ਦੇ ਨਾਲ ਕੀ ਹੋਵੇਗਾ? ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਕਿਉਂਕਿ ਵਾਹਿਗੁਰੂ ਦੀ ਭਗਤੀ ਦਾ ਮਾਰਗ ਜਿਹੜਾ ਉਹ ਕਰਮ ਕਾਂਡਾਂ ਵਿੱਚ ਨਹੀਂ ਹੈਗਾ। ਕਰਮ ਕਾਂਡਾਂ ਵਿੱਚ ਤੇ ਲੋਕਾਂ ਨੂੰ ਸਿਰਫ ਉਲਝਾਇਆ ਜਾ ਸਕਦਾ। ਅਸੀਂ ਆਪਣੇ ਇਰਦ ਗਿਰਦ ਵਿੱਚ ਦੇਖਦੇ ਹਾਂ, ਲੋਕ ਉਹਨਾਂ ਕਰਮ ਕਾਂਡਾਂ ਵਿੱਚ ਸਦੀਆਂ ਤੋਂ ਫਸੇ ਹੋਏ ਨੇ ਔਰ ਅੱਜ ਵੀ ਫਸੇ ਹੋਏ ਨੇ। ਹਾਂ, ਜੇ ਕਿਸੇ ਨੂੰ ਪੁੱਛ ਲਓ ਬਈ ਇਹ ਜਿਹੜਾ ਤੁਸੀਂ ਕਰਮ ਕਰਦੇ ਹੋ ਇਸ ਦਾ ਕੀ ਮਤਲਬ? ਨਹੀਂ ਜੀ, ਸਾਡੇ ਬਜ਼ੁਰਗ ਕਰਦੇ ਸੀ, ਅਸੀਂ ਵੀ ਕਰ ਰਹੇ ਹਾਂ। ਉਹ ਸ਼ਰਾਧ ਕਰਦੇ ਸੀ, ਅਸੀਂ ਵੀ ਕਰ ਰਹੇ ਹਾਂ। ਪਰ ਇਸ ਤੋਂ ਅੱਗੇ ਕਿਸੇ ਨੂੰ ਪਤਾ ਨਹੀਂ। ਇੱਕੋ ਹੀ ਗੱਲ ਸਮਝ ਆਉਂਦੀ ਹੈ ਕਿ ਲੋਕਾਂ ਵਿੱਚ ਭੇਡਾ ਚਾਲ ਹੈ, ਚਲਤੇ ਕੇ ਪੀਛੇ ਚਲੇ ਲੋਗਨ ਕੀ ਭੇਡਾ ਚਾਲ। ਉਹ ਕਰ ਰਹੇ ਨੇ, ਅਸੀਂ ਵੀ ਕਰ ਰਹੇ ਹਾਂ, ਉਹ ਕਰ ਰਹੇ ਨੇ, ਅਸੀਂ ਵੀ ਕਰ ਰਹੇ। ਪਰ ਭਗਤ ਰਵਿਦਾਸ ਜੀ ਕਹਿੰਦੇ ਨੇ, ਭਾਈ ਪਰਮ ਪਰਸ ਗੁਰ ਭੇਟੀ ਹੈ, ਪੂਰਬ ਲਿਖਤ ਲਿਲਾਟ। ਜੇ ਪੂਰਬਲੇ ਲਿਖੇ ਹੋਏ ਲੇਖਾਂ ਅਨੁਸਾਰ ਗੁਰੂ ਦੀ ਭੇਟ ਹੋ ਜਾਏ ਤੇ ਉਨ ਮਨ ਹੀ ਮਿਲੇ। ਇਹੀ ਮਨ ਆਪਣਾ ਰਸਤਾ ਬਦਲ ਕੇ ਗੁਰੂ ਦੇ ਦੱਸੇ ਅਨੁਸਾਰ ਚੱਲ ਕੇ ਕਮਾਈ ਕਰਨ ਲੱਗ ਪਵੇ, ਛੁਟਕਤ ਬਜਰ ਕਪਾਟ। ਉਹ ਜਿਹੜੇ ਅਗਿਆਨਤਾ ਦੇ ਦਰਵਾਜ਼ੇ ਬੰਦ ਨੇ ਉਹ ਖੁੱਲ ਜਾਂਦੇ। ਭਗਤ ਜੁਗਤ ਮਤ ਸਤ ਕਰੀ। ਹੁਣ ਦੇਖੋ, ਗੁਰਬਾਣੀ ਦੀ ਵਿਚਾਰ ਦੇ ਨਾਲ ਕਿਤਨੀਆਂ ਗੱਲਾਂ ਸਮਝ ਵਿੱਚ ਆਈਆਂ। ਇੱਕ ਸੱਤ ਤੱਤੇ ਨੂੰ ਔਂਕੜ ਵਾਲਾ, ਉਹ ਦਾਨ ਵਾਸਤੇ। ਇੱਕ ਸੱਤ ਤੱਤੇ ਨੂੰ ਸਿਆਰੀ ਵਾਲਾ। ਭਗਤ ਜੁਗਤ ਮਤ ਸਤ ਕਰੀ। ਜਦੋਂ ਭਗਤੀ ਦੀ ਜੁਗਤੀ ਤਰੀਕੇ ਨਾਲ ਚੱਲ ਕੇ ਆਪਣੀ ਮਤ ਦੇ ਅੰਦਰ ਸੱਚ ਨੂੰ ਪ੍ਰਕਾਸ਼ ਕਰ ਲਿਆ ਤੇ ਸੱਚ ਦਾ ਪ੍ਰਕਾਸ਼ ਹੁੰਦਿਆਂ ਸਾਰ ਭਰਮ ਬੰਧਨ ਕਾਟ ਵਿਕਾਰ, ਉਹ ਜਿਹੜੇ ਭਰਮ ਦੇ ਬੰਧਨ ਪਏ ਹੋਏ ਸਨ, ਜਿਨ੍ਹਾਂ ਕਰਕੇ ਅਸੀਂ ਇਹਨਾਂ ਵਿਕਾਰਾਂ ਤੋਂ ਛੁੱਟ ਨਹੀਂ ਸਕੇ, ਬਸ ਗਿਆਨ ਦਾ ਪ੍ਰਕਾਸ਼ ਹੁੰਦਿਆਂ ਸਾਰ ਉਹ ਬੰਧਨ ਕੱਟੇ ਗਏ ਔਰ ਉਹ ਵਿਕਾਰ ਖਤਮ ਹੋ ਗਏ। ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ, ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਸੋਈ, ਉਸ ਗੁਰੂ ਦੀ ਦੱਸੀ ਹੋਈ ਜੁਗਤੀ ਦੇ ਨਾਲ ਇਹ ਮਨ ਬਸ ਵਿੱਚ ਆਇਆ, ਤਥਾ ਇਸ ਨੂੰ ਉਸ ਆਤਮਕ ਰਸ ਦੀ ਪ੍ਰਾਪਤੀ ਹੋ ਗਈ। ਤੇ ਫਿਰ ਗੁਣ ਨਿਰਗੁਣ ਏਕ ਵਿਚਾਰ, ਉਸ ਪਰਮਾਤਮਾ ਨੂੰ ਜਿਹੜਾ ਸਰਗੁਣ ਵੀ ਹੈ ਨਿਰਗੁਣ ਵੀ ਹੈ, ਉਹਨੂੰ ਇੱਕੋ ਰੂਪ ਵਿੱਚ ਵਿਚਾਰਿਆ ਸਮਝਿਆ। ਜਿਵੇਂ ਗੁਰਬਾਣੀ 'ਚ ਪਾਤਸ਼ਾਹ ਨੇ ਕਿਹਾ ਕਿ ਨਿਰਗੁਣ ਆਪ ਸਰਗੁਣ ਵੀ ਉਹੀ, ਨਿਰਗੁਣ ਆਪ ਸਰਗੁਣ ਵੀ ਉਹੀ। ਉਹ ਪਰਮਾਤਮਾ ਆਪ ਹੀ ਹੈ ਜਿਹੜਾ ਸਾਰੇ ਜੀਵਾਂ ਦੇ ਅੰਦਰ ਵਰਤ ਰਿਹਾ। ਪਰ ਇਹ ਸਮਝ ਕਦੋਂ ਆਈ? ਜਦੋਂ ਭਗਤ ਜੁਗਤ ਮਤ ਸਤ ਕਰੀ। ਭਗਤ ਦੇ ਤੱਤੇ ਨੂੰ ਸਿਆਰੀ ਹੈ, ਜੁਗਤ ਦਾ ਮਤਲਬ ਹੈ ਉਹ ਤਰੀਕਾ ਢੰਗ। ਪਰਮਾਤਮਾ ਦੀ ਭਗਤੀ ਦੀ ਜੁਗਤੀ ਦੇ ਨਾਲ ਜਦੋਂ ਮਤ ਸਤ ਕਰੀ, ਮਤ ਦੇ ਅੰਦਰ ਸੱਚ ਦਾ ਪ੍ਰਕਾਸ਼ ਹੋ ਗਿਆ। ਬਸ ਪ੍ਰਕਾਸ਼ ਹੁੰਦਿਆਂ ਸਾਰ ਜਿਵੇਂ ਦੀਵਾ ਬਲੇ
ਅੰਧੇਰਾ ਜਾਏ। ਹੁਣ ਇਸ ਗੱਲ ਨੂੰ ਸਮਝਾਉਣ ਲਈ ਕੋਈ ਬਹੁਤੀ ਦਲੀਲ ਦੀ ਲੋੜ ਨਹੀਂ ਕਿ ਦੀਵਾ ਬਲਣ ਤੋਂ ਬਾਅਦ ਅੰਧੇਰਾ ਕਿੱਥੇ ਗਿਆ। ਸੱਚਮੁੱਚ ਇਸੇ ਤਰ੍ਹਾਂ ਭਗਤ ਜੁਗਤ ਮਤ ਸਤ ਕਰੀ, ਭ੍ਰਮ ਬੰਧਨ ਕਾਟ ਵਿਕਾਰ, ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਫਿਰ ਪਰਮਾਤਮਾ ਦੇ ਨਾਲ ਜੁੜਨ ਦਾ ਰਸਤਾ ਖੁੱਲ੍ਹ ਗਿਆ। ਅਨਕ ਯਤਨ ਨਿਗ੍ਰਹਿ ਕੀਏ। ਫਿਰ ਭਗਤ ਜੀ ਕਹਿੰਦੇ ਨੇ ਇਹਨਾਂ ਪੰਡਤਾਂ ਦੇ ਦੱਸੇ ਹੋਏ ਕਰਮ ਕਾਂਡਾਂ ਦੇ ਮੁਤਾਬਕ ਬੇਅੰਤ ਯਤਨ ਕੀਤੇ। ਨਿਗ੍ਰਹਿ ਕੀਏ ਦਾ ਮਤਲਬ ਇਹਨਾਂ ਇੰਦਰੀਆਂ ਨੂੰ ਇਸ ਪਾਸੇ ਲਾਉਣ ਦਾ ਯਤਨ ਕੀਤਾ, ਪਰ ਇਹਨਾਂ ਕਰਮ ਕਾਂਡਾਂ ਦੇ ਨਾਲ ਟਾਰੀ ਨਾ ਟਰੈ ਭ੍ਰਮ ਫਾਸ। ਇਹ ਜਿਹੜੀ ਭਰਮ ਦੀ ਫਾਈ ਪਈ ਹੋਈ ਹੈ ਇਹ ਗਲੋਂ ਨਹੀਂ ਟਲਦੀ। ਇਸ ਲਈ ਪ੍ਰੇਮ ਭਗਤ ਨਹੀਂ ਉਪਜੈ, ਤਾਤੇ ਰਵਿਦਾਸ ਉਦਾਸ। ਰਵਿਦਾਸ ਜੀ ਕਹਿੰਦੇ ਨੇ ਮੈਂ ਇਹਨਾਂ ਕਰਮ ਕਾਂਡਾਂ ਤੋਂ ਉਦਾਸ ਹਾਂ। ਕਿਉਂ? ਇਹਨਾਂ ਨੂੰ ਕਰਦਿਆਂ ਕਰਦਿਆਂ ਪਤਾ ਨਹੀਂ ਕਿਤਨੇ ਲੋਕ ਚਲੇ ਗਏ ਨੇ। ਪ੍ਰੇਮਾ ਭਗਤੀ ਪੈਦਾ ਨਹੀਂ ਹੁੰਦੀ। ਪ੍ਰੇਮਾ ਭਗਤੀ ਪੈਦਾ ਕਰਨ ਵਾਸਤੇ ਇਹਨਾਂ ਕਰਮ ਕਾਂਡਾਂ ਦੀ ਕੋਈ ਲੋੜ ਨਹੀਂ। ਇਸੇ ਲਈ ਗੁਰਬਾਣੀ ਗੁਰੂ ਜੀ ਕਹਿੰਦੇ ਨੇ ਕਰਮ ਧਰਮ ਪਾਖੰਡ ਜੋ ਦੀਸੈ, ਤਿੰਨ ਜਮ ਜਾਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ, ਨਿਮਖ ਸਿਮਰਤ ਜਿਤ ਛੂਟੈ, ਸੰਤੋ ਸਾਗਰ ਪਾਰ ਉਤਰੀਐ,